ਉੱਥੇ ਮੇਰੀ ਵਾਲਦਾ ਵੀ ਜ਼ਖਮੀ ਹੋਈ ਹੁੰਦੀ ਹੈ, ਮੇਰੀ ਭਰਜਾਈ ਦੀ ਉਂਗਲ ਟੁੱਟ ਜਾਂਦੀ ਹੈ। ਕਿ ਚੌਧਰੀ ਬਰਾਦਰਾਂ ਦਾ ਕੀ ਰੋਲ ਹੈ ਸਾਰੇ ਮਾਮਲੇ ਦੇ ਵਿੱਚ? ਇਹ ਦੂਜੀ ਪਾਰਟੀ ਕਹਿ ਰਹੀ ਹੈ ਵੀ ਇਹ ਜਿਹੜਾ ਪਰਚਾ ਕਰਾਇਆ ਐਮਐਨਏ ਸਾਹਿਬ ਨੇ ਕਰਵਾਇਆ ਹੈ। ਸਿਆਸੀ ਕੁੱਤਾਂ ਦਾ ਇਤਲਾਹ ਕਰਕੇ ਉਹਨਾਂ ਨੇ ਜਿਹੜਾ ਨਾ ਸਾਡਾ ਮੈਡੀਕਲ ਰੋਕ ਦਿੱਤਾ ਹੈ। ਸੋਸ਼ਲ ਮੀਡੀਆ ਤੇ ਗੱਲ ਬੜੀ ਉੱਠੀ ਕਿ ਤੁਸੀਂ ਥਾਣੇ ਦੇ ਵਿੱਚ ਬਹਿ ਕੇ ਇੱਕ ਬਜ਼ੁਰਗ ਨੂੰ ਝੰਡ ਮਾਰੀ ਹੈ। ਉਹਨਾਂ ਨੇ ਮੇਰੇ ਭਾਈ ਨੂੰ ਮਾਰਦੇ ਨੇ, ਸਿਰ ਦੇ ਵਿੱਚ ਟਾਂਕੇ 6 ਉਹਨੂੰ ਲੱਗਦੇ ਨੇ, ਪਸਲੀਆਂ ਦੇ ਵੀ ਲੱਗਦੇ ਆ, ਨੱਕ ਦੀ ਹੱਡੀ ਉਹਦੀ ਟੁੱਟ ਜਾਂਦੀ ਹੈ। ਜਾਂ ਲਖਣਵਾਲ ਦੇ ਵਿੱਚ ਹਲਫ ਤੇ ਦੋ ਬੰਦੇ ਵੀ ਕਹਿ ਦੇਣ, ਦੋ ਬੰਦੇ ਵੀ ਹਲਫ ਤੇ ਵੀ ਦੀਵਾਨੇ ਦੀ ਉੱਥੇ ਜਗ੍ਹਾ ਨਹੀਂ ਬਣਦੀ, ਯਾਨੀ ਉਹਨਾਂ ਨਾਲ ਗਲਤ ਕੀਤਾ ਹੈ ਜਾਂ ਜ਼ੁਲਮ ਕੀਤਾ ਹੈ, ਤੇ ਮੈਂ ਭਾईजान ਜੋ चोर ਦੀ सज़ा होगी दी वो मेरी सज़ा होगी। अस्सलाम वालेकुम नाज़रीन, जहान पोशीदा न्यूज़ के साथ मैं हूं आपका मेज़बान रऊफ़ खालिद और आप देख रहे हैं जहान पोशीदा न्यूज़। इस वक्त हमारे साथ मौजूद है उस्मान दीवाना, जो खुद को चौधरी वजाहत का दीवाना मानते हैं। हाल ही में लखनवाल में एक ऐसा वाक़ा पेश आया जहां पर दोनों फ़रीक़ैन की औरतों पर तशद्दुद किया गया। इस वाक़े में क्या हुआ, इसके पीछे जो अभी तक इनको मेडिकल प्रूफ प्रोवाइड नहीं किया जा सका, पुलिस का इस वाक़े में क्या रोल है, या फिर सियासी पार्टी किस फरीक की पुष्पनाही कर रही हैं, आज हम जानते हैं। आज हमारे स्टूडियो में मौजूद है उस्मान दीवाना। अस्सलाम वालेकुम जी। वालेकुम सलाम। ਕੀ ਹਾਲ ਨੇ ਜਨਾਬ? बिल्कुल ठीक ठाक भाई। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਹੜਾ ਵਾਕਿਆ ਪੇਸ਼ ਆਇਆ, ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਗਈਆਂ ਨੇ ਕਿ ਦੋਨੋਂ ਫਰੀਕੈਨ ਦੇ ਜਿਹੜੀਆਂ ਔਰਤਾਂ ਨੇ ਉਹਨਾਂ ਤੇ ਤਸ਼ੱਦਦ ਹੋ ਰਿਹਾ ਹੈ, ਤੇ ਇਹ ਵਾਕਿਆ ਕੀ ਹੈ, ਕੀ ਮਸਲਾ ਕੀ ਹੈ? भाईजान पिछले महीने की 5 तारीख का वाक़या है। वो साड़ी विरासती ज़मीन है, साडा उत्थे हक के 5.25 मरले का जिहड़ा रकबा है, ਉਹਦੇ साड़ी ज़मीन है सारा कुछ। तो कुछ सियासी बंदियां ने इशू बनाया वे, कुछ सियासी बंदियां ने, मेरे पिंड के लोग ने जिन्होंने इशू बनाया वे। 5 तारीख ਨੂੰ मेरी वालदा, मेरी पुप्फी, मेरी भरजाई उत्थे जाती है, उन्होंने मना कर दी है भी इस अदालत में इसका स्टे चलिया वे तो इनू काम बंद किया जाए, ना काम किया जाए। उन्होंने औरतां जिहड़ियां ने मिट्टी शिट्टी ला रही जान, मेरी वालदा ने उन्होंने मना किया वे, वो नहीं मना। इन्ने चिर नूं लियास नाम का जिहड़ा वे जिन्हें साढ़े ते परचा कराया वो बाहर आया वे, दूजे भी जिहड़े लोग सन वो भी बाहर आए ने। वो आके मेरी वालदा ते मेरी भरजाई ते मेरी पुप्फी दे जिहड़ा वे मारते कुटते ने, उन्होंने सारा कुछ करते हैं, वो जख्मी हो जांदियां ने। सानू भी इतलाह लभदी है, मैं भी मौके ते जाना वा, मेरे भाई भी जाते हैं, असीं सारे मौके ते जाके उत्थे वेहने, उत्थे मेरी वालदा भी जख्मी होई हुंदी है, मेरी भरजाई दी उंगल टुट जाती है। असीं जाके उन्होंने मना करने, इन्ने चिर नूं उन्हां दे मर्द टुर गए हुंदे ने उत्थे। बिल्कुल असीं जिहड़ियां उत्थे 2-3 कंधां बणीਆਂ ਸਨ, ਉਹਨਾਂ ਦੇ 2-3 ਜਿਹੜੇ ਵਾਰ ਬਣੇ ਸਨ, ਉਹ ਕੰਧਾਂ ਨੂੰ ਅਸੀਂ ਸੱਟ ਦਿੰਦੇ ਹਾਂ। ਗੁੱਸੇ ਦੇ ਵਿੱਚ ਆ ਕੇ ਅਸੀਂ ਉਹ ਕੰਧਾਂ ਦੇ ਜਿਹੜੇ 2-3 ਵਾਰ ਉਹਨਾਂ ਨੂੰ ਅਸੀਂ ਧੱਕਾ ਮਾਰ ਕੇ ਸਭ ਤੋਂ ਪਹਿਲਾਂ ਤੇ ਇਹ ਗੱਲ ਦੱਸੋ, ਜਿਸ ਜਗ੍ਹਾ ਦੀ ਤੁਸੀਂ ਗੱਲ ਕਰ ਰਹੇ ਹੋ ਜਗ੍ਹਾ ਕਿੰਨੀ ਹੈ? ਉਹ ਭਾईजान ਟੋਟਲ ਜਿਹੜੀ ਨੇ 21 ਮਰਲੇ ਜਗ੍ਹਾ ਹੈ, 5.25 ਮਰਲੇ ਉਹਦੇ ਸਾਡਾ ਹੱਕ ਹੈ। ਮੇਰੀ ਪੁੱਫੀ ਦੇ ਨਾਂ ਹੈ ਤੇ ਮੇਰੀ ਦਾਦੀ ਦੇ ਨਾਂ ਹੈ, ਹਰ ਚੀਜ਼ ਸਾਡੇ ਕੋਲ ਮੌਜੂਦ ਹੈ। ਅਸੀਂ ਅਦਾਲਤ ਦੇ ਵਿੱਚ ਸਟੇ ਵੀ ਲਿਆ, 7 ਮਹੀਨੇ ਤੋਂ ਸਾਡਾ ਸਟੇ ਵੀ ਚੱਲ ਰਿਹਾ ਵੇ। ਉਹਨਾਂ ਤਹੀਨੇ ਅਦਾਲਤ ਦੀ ਅਸੀਂ ਦਰਖਾਸਤ ਵੀ ਦਿੱਤੀ ਹੈ, ਪੁਲਿਸ ਨੇ ਉਹਨਾਂ ਨੂੰ ਬਾਰ-ਬਾਰ ਇਤਲਾਹ ਕੀਤੀ ਹੈ। ਉਹ ਜੇ ਹਮ ਕੰਮ ਲੱਗੇ ਹੁੰਦੇ ਨੇ, ਪੁਲਿਸ ਪਹੁੰਚਦੀ ਹੈ, ਔਰਤਾਂ ਨੂੰ ਅੱਗੇ ਲਾ ਦਿੰਦੇ ਨੇ, ਫਿਰ ਉਹ ਕੰਮ ਬੰਦ ਕਰਕੇ ਫਿਰ ਸ਼ੁਰੂ ਕਰ ਲੈਂਦੇ। ਅਸੀਂ ਉਹਨਾਂ ਨੂੰ ਲੰਮਾ ਸਮਝਾਉਂਦੇ ਰਹੇ ਹਾਂ। ਪਿੰਡ ਦੇ ਬੰਦੇ ਵੀ, ਸਾਡੇ ਪਿੰਡ ਦੇ ਜਿਹੜੇ ਮੋਹਤਬਰ ਨੇ, ਉਹ ਵੀ ਉਹਨਾਂ ਨੂੰ ਕਹਿੰਦੇ ਰਹੇ ਨੇ ਵੀ ਤੁਸੀਂ ਇੰਝ ਜ਼ਿਆਦਤੀ ਨਾ ਕਰੋ। ਜਦੋਂ ਅਦਾਲਤ ਵਿੱਚ ਤਾਂ ਫਿਰ ਠੀਕ ਹੈ, ਅਦਾਲਤ ਜਿੱਦੀ ਹੋਈ ਉਹਨੂੰ ਦੇ ਦੀ, ਉਹ ਨਹੀਂ ਮੰਨਦੇ। ਅਸੀਂ ਨਿਸ਼ਾਨਦਾਹੀ ਦਾ ਵੀ ਉਹਨਾਂ ਨੂੰ ਕਿਹਾ ਵੀ ਨਿਸ਼ਾਨਦਾਹੀ ਵੀ ਕਰਾ ਲਓ, ਉਹ ਇਸ ਪਾਸੇ ਵੀ ਨਹੀਂ ਹੁੰਦੇ, ਉਹ ਬਿਲਕੁਲ ਝੂਠੇ ਨੇ। ਉਹਨਾਂ ਨੇ ਝੂਠਾ ਸਾਡੇ ਤੋਂ ਹੁਣ ਮੁਕੱਦਮਾ ਦਰਜ ਕਰਾਇਆ। 5 ਤਾਰੀਖ ਨੂੰ ਮੈਂ ਜਿਸ ਟਾਈਮ ਉੱਥੇ ਗਿਆ ਵੇ ਤੇ ਜਾ ਕੇ ਮੈਂ ਜਿਸ ਟਾਈਮ 2 ਇੱਧਰ ਗਿਆ ਤੇ ਇੱਧਰ ਗਿਆ, ਉਹ ਉਹਨਾਂ ਦੀ ਕਿਸੇ ਨੇ ਪਤਾ ਨਹੀਂ ਕਿੰਨੇ ਵੀਡੀਓ ਬਣਾ ਲਈ ਹੈ, ਉਹ ਉਹਨਾਂ ਸੋਸ਼ਲ ਮੀਡੀਆ 'ਤੇ ਕਰ ਦਿੱਤੀ ਹੈ ਜੀ ਇਹ ਸਿਆਸੀ ਕਾਰਕੁਨ ਹੈ ਚੋਈ ਸਾਹਿਬ ਦਾ ਤੇ ਕਬਜ਼ਾ ਕਰਨ ਲੱਗਾ। ਬਿਲਕੁਲ ਇੰਝ ਦੀ ਕੋਈ ਗੱਲ ਨਹੀਂ ਹੈ, ਬਿਲਕੁਲ ਇੰਝ ਦੀ ਗੱਲ ਨਹੀਂ। ਪਿਛਲੇ ਮਹੀਨੇ ਦੀ 5 ਤਾਰੀਖ ਦਾ ਵਕੂਆ ਹੈ। ਫਿਰ ਉਸ ਵਕੂਏ ਦੇ ਦੌਰਾਨ ਹੀ ਜਿਹੜਾ ਕੋਈ ਸਿਆਸੀ ਬੰਦੇ ਪੈਂਦੇ ਨੇ ਸਾਡੇ ਪਿੰਡ ਦੇ, ਕੋਈ ਸ਼ੈਤਾਨ ਨੇ, ਮੇਰੇ ਅੱਗੇ ਵੀ ਉਹਨਾਂ ਨਾਲ ਮਸਲਾ ਚੱਲ ਰਿਹਾ ਸੀ, ਅੱਗੇ ਵੀ। ਤੁਹਾਡੀ ਜੀ ਸੋਸ਼ਲ ਮੀਡੀਆ ਤੇ ਫੋਟੋਜ਼ ਵਗੈਰਾ ਹੈ ਨੇ, ਤੁਸੀਂ ਚੌਧਰੀ ਬਰਾਦਰਾਂ ਦੇ ਬੜੇ ਦੇ ਕਰੀਬ ਹੋ, ਤੇ ਲੇਕਿਨ ਇਸ ਦੇ ਬਾਵਜੂਦ ਤੁਸੀਂ ਕਹਿੰਦੇ ਕਿ ਉਹਨਾਂ ਤੁਹਾਡੀ ਮੁਖਾਲਫਤ ਕੀਤੀ ਹੈ, ਕਿ ਚੌਧਰੀ ਬਰਾਦਰਾਂ ਦਾ ਕੀ ਰੋਲ ਹੈ ਸਾਰੇ ਮਾਮਲੇ ਦੇ ਵਿੱਚ? ਭਾईजान ਚੋਈ ਸਾਹਿਬ ਨੂੰ ਸਾਡੇ ਪਿੰਡ ਦੇ ਕੋਈ ਬੰਦੇ ਨੇ 2 ਜਿਹੜੇ ਮੇਰੇ ਤੋਂ ਬੇਬਾਸਤ ਕਰਦੇ ਨੇ, ਉਹਨਾਂ ਦੀ ਬੇਬਾਸ ਦਿਲ ਦੀ ਖਾਹਿਸ਼ ਸੀ ਵੀ ਇਹ ਦੀਵਾਨਾ ਸਾਹਿਬ ਨੂੰ ਚੌਧਰੀ ਬਰਾਦਰਾਂ ਦੇ ਘਰੋਂ ਕੱਢਿਆ ਜਾਏ। ਮਾਸ਼ਾਅੱਲਾ ਪੂਰਾ ਜ਼ਿਲ੍ਹਾ ਜਾਣਦਾ ਚੋਈ ਸਾਹਿਬ ਦੀ ਵਜ੍ਹਾ ਤੋਂ, ਜਿਹੜੀ ਗੱਲ ਹਕੀਕਤ ਹੈ। ਮੈਂ ਉਹਨਾਂ ਦਾ ਇੱਕ ਦੀਵਾਨਾ ਸਾਹਿਬ ਉਹਦੀ ਵਜ੍ਹਾ ਤੋਂ ਜਾਣਦਾ। ਉਹਨਾਂ ਨੇ ਚੋਈ ਸਾਹਿਬ ਨੂੰ ਗਲਤ ਯੂਜ਼ ਕਰਕੇ ਵੀ ਚੋਈ ਸਾਹਿਬ ਹੈ ਮੁੰਡਾ ਕਬਜ਼ਾ ਕਰਦਾ ਪਿਆ, ਇੰਜ ਕਰਦਾ ਪਿਆ, ਇਹ ਕਰਦਾ ਪਿਆ, ਬਿਲਕੁਲ ਝੂਠ ਸੀ।
ਤੇ ਚੌਧਰੀ ਬਰਾਦਰਾਂ ਦਾ ਵੀ ਰੋਲ ਵਿੱਚ ਆਇਆ ਵੇ। ਉਹਨਾਂ ਨੇ ਪੁਲਿਸ ਨੂੰ ਵੀ ਕਿਹਾ, ਜੋ ਕੁਝ ਵੀ ਕਿਹਾ। ਇਹ ਮੈਂ ਨਹੀਂ ਗੱਲ ਕਹਿ ਰਿਹਾ, ਇਹ ਦੂਜੀ ਪਾਰਟੀ ਕਹਿ ਰਹੀ ਵੀ ਇਹ ਜਿਹੜਾ ਪਰਚਾ ਕਰਾਇਆ MNA ਸਾਹਿਬ ਨੇ ਕਰਵਾਇਆ। ਇਹ ਮੈਂ ਨਹੀਂ ਕਹਿ ਰਿਹਾ, ਦੂਜੀ ਪਾਰਟੀ ਵੀ ਕਹਿ ਰਹੀ। ਅਸੀਂ ਤੇ ਠੀਕ ਆ, ਵਰਕਰ ਹਾਂ, ਠੀਕ ਹੈ, ਚੌਧਰੀ ਸਾਹਿਬ ਦੀ ਬਦਨਾਮੀ ਨਾ ਹੋਵੇ। ਇਹ ਦੂਜੀ ਪਾਰਟੀ ਕਹਿ ਰਹੀ ਹੈ ਵੀ ਇਹ ਜਿਹੜਾ ਪਰਚਾ ਕਰਾਇਆ ਉਹਦੇ ਕਾਇਦੀਨ ਨਹੀਂ ਕਰਾਇਆ। ਸਾਰਾ ਮਾਮਲਾ ਪੇਸ਼ ਆਇਆ, ਉਸ ਤੋਂ ਬਾਅਦ ਤੁਸੀਂ ਜੇ ਪੁਲਿਸ ਸਟੇਸ਼ਨ ਗਏ ਹੋ, ਤੁਸੀਂ ਕਹਿੰਦੇ ਹੋ ਕਿ ਜੀ ਮੇਰੀ ਵਾਲਦਾ ਤੇ ਮੇਰੀ ਭਰਜਾਈ ਜਿਹੜੀ ਉਹ ਜ਼ਖਮੀ ਹੋ ਗਈ ਹੈ। ਤੁਸੀਂ ਜੇ ਪੁਲਿਸ ਸਟੇਸ਼ਨ ਗਏ ਹੋ ਤਾਂ ਪੁਲਿਸ ਨੇ ਕੀ ਰੋਲ ਅਦਾ ਕੀਤਾ ਸਾਰੇ ਮਾਮਲੇ ਦੇ ਵਿੱਚ? ਸਾਡੇ ਉਹਨਾਂ ਨੇ ਫਿਰ ਇਤਲਾਹ ਹੋ ਗਈ ਹੈ ਵੀ ਕਾਇਦੀਨ ਨੂੰ ਜਾਂ ਜੋ ਕੁਝ ਵੀ ਇਹ ਸਿਆਸੀ ਕੁਫਤਾਂ ਦਾ ਇਤਲਾਹ ਕਰਕੇ ਉਹਨਾਂ ਨੇ ਜਿਹੜਾ ਨਾ ਸਾਡਾ ਮੈਡੀਕਲ ਰੋਕ ਦਿੱਤਾ। ਖਾਰੀਏ ਮੈਡੀਕਲ ਭੇਜਿਆ, ਖਾਰੀਏ ਤੋਂ 3 ਦਿਨ ਬਾਅਦ ਇੱਥੇ ਆਇਆ ਵੀ ਉਹਨਾਂ ਨੇ ਕਿਹਾ ਜੀ ਇਹ ਜਿਹੜੀ ਉਂਗਲ ਹੈ ਟੁੱਟੀ ਹੈ। ਫਿਰ ਡਾਕਟਰ ਸਾਹਿਬ ਨੇ ਪਤਾ ਨਹੀਂ ਪੈਸੇ ਲਏ ਸਨ, ਸਾਨੂੰ ਕੋਈ ਇਸ ਹਕੀਕਤ ਦਾ ਨਹੀਂ ਪਤਾ ਹੈ। ਤੇ ਡਾਕਟਰ ਸਾਹਿਬ ਨੇ ਗੰਗਾ ਰਾਮ ਭੇਜ ਦਿੱਤਾ। ਕੌਣ ਸੇ ਡਾਕਟਰ ਸਾਹਿਬ ਹੈ ਇਹ? ਬਿਸ਼ਾਰਤ ਇਸਮਾਈਲ ਹੈ ਜਿਹੜਾ, ਉਹਨੇ ਜਿਹੜਾ ਨਾ ਗੰਗਾ ਰਾਮ ਭੇਜ ਦਿੱਤਾ ਵੇ। ਗੰਗਾ ਰਾਮ ਤੋਂ 10 ਦਿਨ ਬਾਅਦ ਆਇਆ ਵੇ ਮੈਡੀਕਲ ਹੋ ਕੇ, ਉਹਨਾਂ ਵੀ ਕਿਹਾ ਵੀ ਉਂਗਲ ਬਿਲਕੁਲ ਟੁੱਟੀ ਹੈ। ਫਿਰ ਵੀ ਅੱਜ 40 ਦਿਨ ਹੋ ਗਏ ਨੇ ਇਸ ਵਕੂਏ ਨੂੰ, ਅਜੇ ਤੱਕ ਸਾਡਾ ਪਰਚਾ ਦਰਜ ਨਹੀਂ ਹੋਇਆ। ਪਰਚਾ ਬਿਲਕੁਲ ਪੁਲਿਸ ਨੇ ਦਰਜ ਨਹੀਂ ਕੀਤਾ ਹੈ। F2 ਦਾ ਸਾਡਾ ਰਿਜ਼ਲਟ ਹੈ, F3 ਦਾ 337 ਸਾਡੀ ਦਫਾ ਲੱਗੀ। ਤੁਹਾਡੇ ਕੋਲ ਮੈਡੀਕਲ ਇਸ ਵਕਤ ਮੌਜੂਦ ਹੈ ਜਾਂ ਨਹੀਂ ਮੌਜੂਦ? ਹਰ ਚੀਜ਼ ਸਾਡੇ ਕੋਲ ਮੌਜੂਦ ਹੈ। ਸਾਡੇ ਕੋਲ ਮੈਡੀਕਲ ਵੀ ਮੌਜੂਦ ਹੈ। ਜਿਹੜਾ ਤੁਹਾਨੂੰ ਮੈਡੀਕਲ ਹੁਣ ਮਿਲ ਗਿਆ, ਪਹਿਲਾਂ ਨਹੀਂ ਸੀ ਮਿਲਿਆ? ਪਹਿਲਾਂ ਨਹੀਂ ਸੀ ਮਿਲਿਆ। ਫਿਰ ਅਸੀਂ ਹੁਣ ਕੋਰਟ ਦੇ ਵਿੱਚ ਰਿਟ ਕੀਤੀ ਹੈ। ਪੁਲਿਸ ਨੇ ਸਾਡਾ ਪਰਚਾ ਨਹੀਂ ਦਿੱਤਾ, ਅਸੀਂ ਕੋਰਟ ਦੇ ਵਿੱਚ ਰਿਟ ਕੀਤੀ, ਉਹਦੀ 13 ਤਰੀਕ ਪਈ ਹੈ ਬਾਈ ਜਾਨ। ਸੋਸ਼ਲ ਮੀਡੀਆ ਤੇ ਗੱਲ ਬੜੀ ਉੱਠੀ ਕਿ ਤੁਸੀਂ ਥਾਣੇ ਦੇ ਵਿੱਚ ਬਹਿ ਕੇ ਇੱਕ ਬਜ਼ੁਰਗ ਨੂੰ ਝੰਡ ਮਾਰੀ ਹੈ ਤੇ ਉਹ ਮਸਲਾ ਬੜਾ ਹਾਈਲਾਈਟ ਹੋ ਗਿਆ, ਤੇ ਤੁਸੀਂ ਪੁਲਿਸ ਸਟੇਸ਼ਨ ਦੇ ਵਿੱਚ ਬਹਿ ਕੇ ਬਜ਼ੁਰਗ ਨੂੰ ਝੰਡ ਕਿਉਂ ਮਾਰੀ ਹੈ? ਭਾਈਜਾਨ ਬਿਲਕੁਲ ਕੋਈ ਐਸਾ ਨਹੀਂ, ਉਹ ਜੋ ਕੁਝ ਸੀ ਉਹ ਡਰਾਮਾ ਹੀ ਸੀਗਾ। 5 ਮਿੰਟ ਤੱਕ ਦੇ ਵਿੱਚ ਹੀ ਮੀਡੀਆ ਇਕੱਠੀ ਹੋ ਗਈ। ਉਹਨਾਂ ਪਹਿਲਾਂ ਹੀ ਪਲਾਨ ਬਣਾਇਆ ਸੀ ਵੀ ਅਸੀਂ ਥਾਣੇ ਦੇ ਵਿੱਚ 752 ਹੁੰਦੀ ਹੈ ਵੀ 752 ਕਰਕੇ ਇਹਨਾਂ ਦੇ ਬੰਦਿਆਂ ਨੂੰ ਅੰਦਰ ਡਕਾਣਾ, ਇੰਜ ਕਰਨਾ, ਇਹ ਕਰਨਾ। ਉਹ ਜਿਹੜਾ ਕੈਪਟਨ ਨਾਂ ਦਾ ਸ਼ਖਸ ਹੈ ਜਿਹਨੇ ਕਿਹਾ ਵੀ ਜੀ ਮੈਨੂੰ ਚੰਡਾ ਮਾਰੀਆਂ ਨੇ, ਮੈਨੂੰ ਇੰਜ ਕੀਤਾ, ਉਹਦਾ ਹੀ ਵੱਡਾ ਭਾਈ ਸੂਬੇਦਾਰ ਰਿਆਜ਼ ਉਹਦਾ ਨਾਂ ਹੈ। ਉਹ ਹੀ ਸਾਡੇ ਨਾਲ ਆਇਆ ਸੀ, ਉਹ ਸਾਡੇ ਨਾਲ ਚੱਲ ਰਿਹਾ ਸੀ, ਉਹਨੂੰ ਸਾਰੀ ਹਕੀਕਤ ਦਾ ਪਤਾ ਹੈ। ਉਹਦੇ ਨਾਲ ਹੀ ਉਹ ਗੱਲ ਕਰ ਰਿਹਾ ਸੀ, ਉਹਦੇ ਨਾਲ ਹੀ ਕੋਈ ਉਹਨਾਂ ਦੀ ਹੋਈ ਹੈ। ਉਹਨੇ ਵੱਡਾ ਭਰਾ ਦੀ ਸੀ ਅਤੇ ਸਮਝ ਕੇ ਇੱਕ ਉਹਨੂੰ ਚੰਡ ਮਾਰ ਦਿੱਤੀ ਹੈ। ਉੱਥੋਂ ਫਿਰ ਉਹਨਾਂ ਦੇ ਮੁੰਡੇ ਜਿਹੜੇ ਸਨ ਕੈਪਟਨ ਲਿਆਸ ਦੇ, ਉਹ ਸਾਡੇ ਹੱਥੀ ਪੈ ਗਏ ਨੇ। ਹੱਥੀ ਪੈਣ ਦੇ ਬਾਵਜੂਦ ਉਹ ਕੈਪਟਨ ਸਾਹਿਬ ਨੂੰ ਕੋਈ ਇੱਥੇ ਜ਼ਿਆਦਾ ਲੱਗ ਗਈ ਜਾਂ ਉਹਨੇ ਪਤਾ ਨਹੀਂ ਆਪੇ ਕੀਤਾ, ਸਾਨੂੰ ਕੋਈ ਨਹੀਂ ਪਤਾ। ਸਾਡੇ 752 ਆ ਗਈ ਪੁਲਿਸ ਨੇ, ਸਾਡੇ ਬੰਦੇ 5 ਅੰਦਰ ਡੱਕ ਦਿੱਤੇ, ਉਹਨਾਂ ਦੇ 2 ਬੰਦੇ ਡੱਕੇ। ਬਾਅਦ ਵਿੱਚ 5-7 ਮਿੰਟ ਬਾਅਦ ਹੀ ਪਤਾ ਲੱਗਦਾ ਜੀ ਮੀਡੀਆ ਇਕੱਠੀ ਹੋ ਗਈ ਹੈ ਜੀ, ਉਹ ਕੈਪਟਨ ਸਾਹਿਬ ਨਾਲ ਬੜੀ ਜ਼ਿਆਦਤੀ ਹੋ ਗਈ। ਉਹ ਪੂਰਾ ਪਲਾਨ ਕੈਪਟਨ ਸਾਹਿਬ ਘਰੋਂ ਬਣਾ ਕੇ ਆਏ ਸਨ। ਜਿਹੜੇ ਉਹਦੇ ਪਿੱਛੇ ਮਾਸਟਰ ਮਾਈਂਡ ਨੇ ਨਾ, ਜਿਹੜੇ ਕਿਸ਼ਤਾਨ ਨੇ, ਜਿਹੜੇ ਉਹਨੂੰ ਯੂਜ਼ ਕਰ ਰਹੇ ਨੇ ਜਾਂ ਜੋ ਕੁਝ ਕਰ ਰਹੇ ਸਨ, ਉਹਨਾਂ ਪੂਰਾ ਪਲਾਨ ਵਿੱਚੋਂ ਬਣਾਇਆ ਸੀ ਵੀ ਦੀਵਾਨਾ ਸਾਹਿਬ ਨੂੰ ਗੰਦਾ ਕਰਨਾ ਤੇ ਇੰਜ ਦਾ ਕੋਈ ਤਰੀਕੇਕਾਰ ਬਣੇ। ਮੇਰੀ ਗੱਲ ਸੁਣੋ, ਇੱਥੇ ਤੁਸੀਂ ਕਹਿੰਦੇ ਹੋ ਕਿ ਉੱਥੇ ਥਾਣੇ ਦੇ ਵਿੱਚ ਲੜਾਈ ਹੋ ਗਈ ਹੈ, ਸਹੀ ਹੈ, ਤੇ ਥਾਣੇ ਦੇ ਸਮੇਂ ਬਾਹਰ ਗੱਲ ਨਿਕਲੇ ਤੇ ਇੱਕ ਬੰਦੇ ਦਾ ਨਾਮ ਬਸ ਆਇਆ, ਉਹ ਉਸਮਾਨ ਦੀਵਾਨੇ ਜੀ ਚੰਡ ਕੱਢ ਮਾਰ ਗਏ, ਬਾਕੀ ਬੰਦਿਆਂ ਦਾ ਨਾਮ ਬਾਹਰ ਕਿਉਂ ਨਹੀਂ ਆਇਆ? ਭਾਈਜਾਨ ਇਹ ਹੀ ਹੈ ਨਾ, ਮੇਰਾ ਇੱਕ ਸਿਆਸੀ, ਮੈਂ ਵਰਕਰ ਹਾਂ, ਕੋਈ ਬਰਾਦਰਾਂ ਦਾ ਮੈਂ ਇੱਕ ਸਿਆਸੀ ਵਰਕਰ ਸਾਂ। ਉਹਨੂੰ ਇਸ਼ੂ ਬਣਾਏ ਗਿਆ ਨਾ ਵੀ ਪਰਚਾ ਵੀ ਉਹਨਾਂ ਕੋਲ ਕਰਾ ਲਿਆ, ਉਹਨਾਂ ਨੂੰ ਗਲਤ ਯੂਜ਼ ਕਰਕੇ, ਗਲਤ ਸਾਰਾ ਕੁਝ ਕਰਕੇ, ਤੇ ਹੁਣ ਉਹਨਾਂ ਨੇ ਦੱਸ ਰਹੇ ਜੀ ਵੇਖੋ ਜੀ ਸਾਡੇ ਨਾਲ ਇਹ ਕਰ ਰਹੇ ਨੇ ਵੀ ਇਹ ਜ਼ੁਲਮ ਹੋਇਆ ਸਾਡੇ ਨਾਲ, ਬੜਾ ਦੀਵਾਨਾ ਸਾਹਿਬ ਨੇ ਜ਼ੁਲਮ ਕੀਤਾ। ਉਹ ਜੀ ਬਿਲਕੁਲ ਝੂਠੀ ਗੱਲ ਹੈ। ਯਾਸਰ ASI ਇਸ ਗੱਲ ਦਾ ਗਵਾਹ ਹੈ। 752 ਆਈਏ, ਉਹ ਸੂਬੇਦਾਰ ਰਿਆਜ਼ ਨੇ ਉਹਨੂੰ ਚੰਡ ਮਾਰੀਏ, ਉਹਦੇ ਨਾਲ ਹੀ ਉਹਦੇ ਵੱਡੇ ਭਾਈ ਨਾਲ ਮਾਮਲਾ ਹੋਇਆ ਹੈ। ਉਦੋਂ ਬਾਅਦ ਹੀ ਉਹਨਾਂ ਸਾਡੇ ਵੀ ਬੰਦੇ ਅੰਦਰ ਡੱਕ ਦਿੱਤੇ ਨੇ, ਮੈਂ ਵੀ ਗ੍ਰਿਫਤਾਰ ਹੋਇਆ। ਉਹਨਾਂ ਦੇ 2 ਹੋਏ ਨੇ, ਸਾਡੇ 5 ਹੋਏ ਨੇ। ਸੂਬੇਦਾਰ ਰਿਆਜ਼ ਨੂੰ ਵੀ 80 ਸਾਲ ਦਾ ਬਾਬਾ ਸੀ, ਉਹਨੂੰ ਵੀ ਉਹਨਾਂ ਨੇ ਅੰਦਰ ਡੱਕ ਦਿੱਤਾ ਜੀ। ਇੱਕ ਹੋਰ ਗੱਲ ਦੱਸੋ ਕਿ ਮੈਡੀਕਲ ਜੇ ਤੁਹਾਨੂੰ ਮਿਲ ਗਿਆ, ਤੁਸੀਂ ਮੈਡੀਕਲ ਲੈ ਕੇ ਥਾਣੇ ਜਾ ਕੇ ਮੁਕੱਦਮਾ ਦਰਜ ਕਿਉਂ ਨਹੀਂ ਕਰਵਾਇਆ? ਅਸੀਂ ਪੁਲਿਸ ਨੂੰ ਕਿਹਾ 5 ਤੋਂ 7 ਦਿਨ ਪੁਲਿਸ ਨੂੰ ਕਹਿੰਦੇ ਰਹੇ, ਪੁਲਿਸ ਨਹੀਂ ਕਰਦੀ। ਪੁਲਿਸ ਤੇ ਸਿਆਸੀ ਦਬਾਅ ਹੋਏ, ਉਹ ਪੁਲਿਸ ਨਹੀਂ ਮੁਕੱਦਮਾ ਦਰਜ ਕਰਨਾ ਚਾਹੁੰਦੀ। ਹੁਣ ਅਸੀਂ ਅਦਾਲਤ ਦੇ ਵਿੱਚ ਰਿਟ ਕਰ ਦਿੱਤੀ ਹੈ, ਬਾਈ ਹੈਡ ਰਿਟ ਕੀਤੀ, ਉਹਦੀ 13 ਤਰੀਕ ਪਈ ਹੈ। ਪੁਲਿਸ ਨੂੰ ਅਦਾਲਤ ਨੇ ਤਲਬ ਕੀਤੇ ਹੈ ਤੇ ਉਸੇ ਦੌਰਾਨ ਦੇ ਭੰਡੀ ਦੇ ਦੌਰਾਨ ਹੀ 14 ਤਰੀਕ ਨੂੰ ਇੱਕ ਹੋਰ ਵਾਕਿਆ ਹੁੰਦਾ ਵੇ। ਮੇਰਾ ਜਿਹੜਾ ਵੱਡਾ ਭਾਈ ਹੈ ਉਹ ਸੂਬੇਦਾਰ ਰਿਆਜ਼ ਸਾਹਿਬ ਨੂੰ ਰੋਟੀ ਦੇਣ ਜਾਂਦਾ। ਉਹ ਰੋਟੀ ਦੇਣ ਦੇ ਦੌਰਾਨ ਹੀ ਇਹਨਾਂ ਨੇ ਪਲਾਨ ਸਾਰਾ ਬਣਾਇਆ ਹੁੰਦਾ ਸੀ, ਇਹਨਾਂ ਨੂੰ ਪਤਾ ਸੀ ਵੀ ਇੱਥੇ ਰੋਟੀ ਦੇਣ ਹੁੰਦਾ। ਉਹਨਾਂ ਨੇ ਮੇਰੇ ਭਾਈ ਨੂੰ ਮਾਰਦੇ ਨੇ, ਸਿਰ ਦੇ ਵਿੱਚ ਟਾਂਕੇ 6 ਉਹਨੂੰ ਲੱਗਦੇ ਨੇ, ਪਸਲੀਆਂ ਦੇ ਵੀ ਲੱਗਦੇ ਆ, ਨੱਕ ਦੀ ਹੱਡੀ ਉਹਦੀ ਟੁੱਟ ਜਾਂਦੀ ਹੈ। ਫਿਰ ਬਿਸ਼ਾਰਤ ਇਸਮਾਈਲ ਨੂੰ ਉਸੇ ਦੌਰਾਨ ਹੀ ਟਾਂਕੇ ਲਾਉਂਦਿਆਂ ਦੇ ਦੌਰਾਨ ਹੀ, ਮੇਰੇ ਕੋਲ ਵੀਡੀਓ ਅੱਜ ਵੀ ਮੌਜੂਦ ਹੈ, ਉਸੇ ਦੌਰਾਨ ਹੀ ਬਿਸ਼ਾਰਤ ਇਸਮਾਈਲ ਨੂੰ ਟੈਲੀਫੋਨ ਕੋਈ ਆ ਜਾਂਦਾ। ਉਹ ਟੈਲੀਫੋਨ ਸੁਣ ਕੇ ਉਹ ਸਾਨੂੰ ਮੈਡੀਕਲ ਜਿਹੜਾ ਸਿਰ ਵਾਲਾ ਉਹ ਨਹੀਂ ਦਿੰਦਾ,
ਜਦੋਂ ਇੱਕ ਵੀ ਕੋਈ ਟਾਂਕਾ ਲਾਏ ਤੇ F2 ਦਾ ਮੈਡੀਕਲ ਬਣਦਾ, ਜਿਹੜਾ ਬਿਸ਼ਾਰਤ ਇਸਮਾਈਲ ਸਾਨੂੰ ਨਿਲ ਦੇ ਦਿੰਦਾ, ਆਂਦਾ ਤੁਹਾਨੂੰ ਕੋਈ ਨਹੀਂ, ਉੱਤੇ ਹੀ ਜ਼ਖਮ ਸੀ ਤੇ ਕੋਈ ਨਹੀਂ, ਉਹ ਸਾਨੂੰ ਮੈਡੀਕਲ ਦਿੰਦਾ। ਜਿਹੜਾ ਨੱਕ ਵਾਲਾ ਜਾਂ ਪਸਲੀਆਂ ਵਾਲਾ ਉਹ ਖਾਰੀਆਂ ਭੇਜ ਦਿੰਦਾ। ਖਾਰੀਆਂ ਵਾਲੇ 4 ਦਿਨ ਬਾਅਦ ਜਿਹੜਾ ਉਹ ਭੇਜਦੇ ਨੇ, ਬਿਲਕੁਲ ਨੱਕ ਦੀ ਹੱਡੀ ਟੁੱਟੀ ਹੈ। ਉਹ ਫਿਰ ਅਸੀਂ ਮੀਡੀਆ ਦੇ ਥਰੂ ਜਾਂ ਕਿਸੇ ਦੋਸਤ ਦੇ ਥਰੂ, ਤੁਹਾਡੇ ਦੋਸਤਾਂ ਦੇ ਥਰੂ ਤਰਲਾ ਮਿੰਟ ਕਰਕੇ ਮੀਡੀਆ ਨੂੰ ਨਾਲ ਲੈ ਕੇ ਜਾਂਦੇ ਹਾਂ ਵੀ ਇਹ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ। ਫਿਰ ਬਿਸ਼ਾਰਤ ਇਸਮਾਈਲ ਸਾਨੂੰ ਮੈਡੀਕਲ ਦਿੰਦਾ। 14 ਤਰੀਕ ਦਾ ਵਕੂਆ ਹੋਇਆ, ਉਹ 27 ਤਰੀਕ ਨੂੰ ਸਾਡਾ ਪਰਚਾ ਹੁੰਦਾ, 27 ਤਰੀਕ ਨੂੰ ਪਰਚਾ ਹੁੰਦਾ ਹੈ ਪਿਆ ਸਾਡਾ। ਤੇ ਫਿਰ ਵੀ ਸਾਡੇ ਨਾਲ ਬਹੁਤ ਜ਼ਿਆਦਾ ਉਹਨਾਂ ਨੇ ਜ਼ਿਆਦਤੀ ਕੀਤੀ ਹੈ। ਚੌਧਰੀ ਬਰਾਦਰਾਨ ਨੂੰ ਵੀ ਜਿਹੜਾ ਚਾਹੀਦਾ ਸੀ ਵੀ ਪਹਿਲਾਂ ਮੈਨੂੰ ਪੁੱਛ ਲੈਂਦੇ, ਮੈਂ ਵੀ ਵਰਕਰ ਸਾਂ, ਜੇ ਮੈਂ ਝੂਠਾ ਸਾਂ, ਮੈਂ ਜੇ ਗਲਤ ਸਾਂ ਤੇ ਮੈਨੂੰ ਕੋਠੀ ਬੁਲਾ ਕੇ ਜਾਂ ਮੈਨੂੰ ਟੈਲੀਫੋਨ ਤੇ ਆਂਦੇ ਵੀ ਤੂੰ ਗਲਤ ਕਰਨਾ ਪਿਆ, ਤੇ ਮੈਂ ਫਿਰ ਪਿਛਾਂਹ ਹਟ ਜਾਣਾ ਸੀ। ਬਿਲਕੁਲ ਮੈਂ ਆਪਣੇ ਹੱਕ ਤੇ ਲੜਨਾ ਪਿਆ ਹਾਂ, ਹੱਕ ਦੀ ਬਾਤ ਕਰਨਾ ਪਿਆ ਹਾਂ। ਚੌਧਰੀ ਸਾਹਿਬ ਨੂੰ ਇਹ ਉਂਝ ਦੱਸਦੇ ਹਾਂ, ਜਿਨ੍ਹਾਂ ਨੇ ਤੁਹਾਨੂੰ ਗਲਤ ਯੂਜ਼ ਕੀਤਾ ਹੈ, ਜਿਨ੍ਹਾਂ ਗਲਤ ਤੁਹਾਨੂੰ ਗਾਈਡ ਕੀਤਾ ਹੈ, ਉਹ ਲੋਕ ਨੇ ਜਿਹੜੇ 12 ਵਜੇ ਇਲੈਕਸ਼ਨ ਵਾਲੇ ਦਿਨ ਤੁਹਾਡੇ ਹੁੰਦੇ ਨੇ। ਤੁਹਾਡੇ ਇਲੈਕਸ਼ਨ ਵਾਸਤੇ ਵੋਟ ਕੋਈ ਨਹੀਂ ਜੇ ਮੰਗਦੇ, ਆਪਣੇ ਇਲੈਕਸ਼ਨ ਵਾਸਤੇ ਵੋਟ ਮੰਗਦੇ ਨੇ, ਆਪਣੇ ਧੜੇ ਨੂੰ ਖਰਾਬ ਨਹੀਂ ਕਰਦੇ ਹੈ। ਤੇ ਇਹ ਉਹ ਲੋਕ ਨੇ ਜਿਨ੍ਹਾਂ ਪਿੱਛੇ ਤੁਸੀਂ ਸਟੈਂਡ ਲਿਆ, ਕਦੀ ਇਹ ਨੂਨ ਲੀਗ ਵਿੱਚ ਹੁੰਦੇ ਜੇ, ਕਦੀ ਇਹ ਕਾਫ ਲੀਗ ਵਿੱਚ ਹੁੰਦੇ ਜੇ, ਇਹਨਾਂ ਦਾ ਕੋਈ ਨਹੀਂ। ਇੱਕ ਸਾਡਾ ਜਿਹੜਾ ਸ਼ੈਤਾਨ ਜਿਹਨੂੰ ਕਹਿੰਦੇ ਨੇ ਪਿੰਡ ਬੰਦੇ ਸਾਰੇ, ਉਹ ਜਿਹੜਾ ਵੇ ਉਹਨੇ ਸੜਕ ਦੇ ਉੱਤੇ ਖਲੋ ਕੇ ਤੇ ਸਾਬਕਾ ਤਹਿਸੀਲ ਨਾਜ਼ਮ ਨੂੰ ਰਿਕਾਰਡ ਦੇ ਗਾਲਾਂ ਵੀ ਕੱਢੀਆਂ ਨੇ। ਉਹ ਅੱਜ ਚੌਧਰੀ ਸਾਹਿਬ ਨੂੰ ਗਲਤ ਯੂਜ਼ ਕਰ ਰਿਹਾ ਜੀ, ਉਹ ਇੰਝ ਹੋ ਗਿਆ, ਦੀਵਾਨਾ ਇੰਝ ਹੋ ਗਿਆ, ਕਿਉਂਕਿ ਮੇਰੀ ਅੱਗੇ ਵੀ ਉਹਦੇ ਨਾਲ ਭੰਡੀ ਚੱਲ ਰਹੀ ਸੀ ਤੇ ਉਹ ਬੇਬਾ ਵੱਡੀ ਉਹਨਾਂ ਦੇ ਨਾਲ ਰੱਖ ਕੇ ਉਹਨਾਂ ਨੂੰ ਗਲਤ ਯੂਜ਼ ਕਰਤਾ ਸੀ। ਚੌਧਰੀ ਬਰਾਦਰਾਨ ਨੂੰ ਵੀ ਉਹਨੇ ਗਲਤ ਯੂਜ਼ ਕੀਤਾ ਸੀ। ਮੈਂ ਹੁਣ ਵੀ MNA ਸਾਹਿਬ ਨੂੰ ਕਹਿਣਾ ਵਾਂ ਵੀ ਮੈਂ 1% ਵੀ ਗਲਤ ਹੋਵਾਂ, ਜਾਂ ਮੈਂ ਤੁਹਾਡਾ ਕਿਤੇ ਨਾ ਯੂਜ਼ ਕੀਤੇ ਹੋਵੇ, ਜਾਂ ਮੈਂ ਕਬਜ਼ਾ ਗਰੁੱਪ ਹੋਵਾਂ। ਮੈਂ 8 ਸਾਲ ਤੋਂ ਚੌਧਰੀ ਬਰਾਦਰਾਨ ਦਾ ਵਰਕਰ ਹੈ, 8 ਸਾਲ ਤੋਂ। ਕੋਈ ਵੀ ਪੂਰੇ ਜ਼ਿਲ੍ਹੇ ਦੇ ਵਿੱਚੋਂ ਤਕਰੀਬਨ ਜਿੰਨੇ ਵੀ ਮੁਸਲਿਮ ਲੀਗੀ ਹੈ ਨੇ ਸਾਰੇ ਮੈਨੂੰ ਜਾਣਦੇ ਨੇ। ਕੋਈ ਵੀ ਕਹਿ ਦੇ ਵੀ ਦੀਵਾਨੇ ਨੇ ਗਲਤ ਕੀਤਾ ਹੈ, ਜਾਂ ਲਖਣਵਾਲ ਦੇ ਵਿੱਚ ਹਲਫ ਤੇ 2 ਬੰਦੇ ਵੀ ਕਹਿ ਦੇਣ, 2 ਬੰਦੇ ਵੀ ਹਲਫ ਤੇ ਵੀ ਦੀਵਾਨੇ ਦੀ ਉੱਥੇ ਜਗ੍ਹਾ ਨਹੀਂ ਬਣਦੀ, ਯਾਨੀ ਉਹਨਾਂ ਨਾਲ ਗਲਤ ਕੀਤਾ ਹੈ ਜਾਂ ਜ਼ੁਲਮ ਕੀਤਾ ਹੈ, ਤੇ ਮੈਂ ਭਾਈਜਾਨ ਜੋ ਚੋਰ ਦੀ ਸਜ਼ਾ ਹੋਵੇ ਦੀ ਉਹ ਮੇਰੀ ਸਜ਼ਾ ਹੋਵੇ ਦੀ। ਪਰ MNA ਸਾਹਿਬ ਨੂੰ ਇੰਨਾ ਚਾਹੀਦਾ ਸੀ ਕਿ ਚਲੋ ਮੈਨੂੰ ਕੋਈ ਨਹੀਂ, ਮੇਰੇ ਤੇ ਪਰਚਾ ਆ ਜਾਂਦਾ, ਕਿਸੇ ਦੀ ਧੀ ਭੈਣ ਦੇ ਪਰਚਾ ਚੌਧਰੀ ਸਾਹਿਬ ਕਿਸੇ ਗਲਤ ਬੰਦਿਆਂ ਦੇ ਲੱਗ ਕੇ ਨਹੀਂ ਸੀ ਕਰਾਉਣਾ ਚਾਹੀਦਾ। ਪਹਿਲਾ ਪਰਚਾ ਹੋਇਆ ਉਹਦੇ ਵਿੱਚ ਕੌਣ ਕੌਣ ਮਲੱਫਸ ਹੈ, ਕਿਹਦੇ ਕਿਹਦੇ ਉੱਤੇ ਪਰਚਾ ਹੋਇਆ? ਉਹ 3 ਮੇਰੇ ਭਾਈ ਨੇ, ਤੇ ਉਹ ਮੇਰਾ ਬਨੋਈ ਹੈ, ਸੂਬੇਦਾਰ ਰਿਆਜ਼ ਹੈ, ਮੇਰਾ ਪੁੱਫੀ ਦਾ ਪੁੱਤਰ ਹੈ, ਮੇਰੀ ਵਾਲਦਾ ਹੈ, ਮੇਰੀ ਮਸ਼ੀਰਾ ਹੈ, ਮੇਰੀ ਪੁੱਫੀ ਦੀ ਨੂੰਹ ਹੈ। 10 ਬੰਦਿਆਂ ਦੇ ਪਰਚਾ ਹੋਇਆ ਟੋਟਲ। ਸਿਆਸੀ ਤਾਕਤ ਇਸਤੇਮਾਲ ਕਰਕੇ ਮਤਲਬ ਤੁਹਾਡੀ ਵਾਲਦਾ ਤੇ ਤੁਹਾਡੇ ਘਰ ਦੇ ਜਿੰਨੇ ਘਰੇਲੂ ਬੰਦੇ ਨੂੰ ਤਾਂ ਪਰਚਾ ਦਿੱਤਾ ਗਿਆ। ਬਿਲਕੁਲ ਜੀ, ਸਿਆਸੀ ਅਕਸਰ ਸੂਰ ਹੋਇਆ ਵੇ, ਉਂਝ ਬਿਲਕੁਲ ਉਹਨਾਂ ਦਾ ਪਰਚਾ ਕੋਈ ਨਹੀਂ ਸੀ ਹੁੰਦਾ। 8 ਤਰੀਕ ਵਾਲੇ ਦਿਨ ਮੈਨੂੰ ਸ਼ਾਮ ਨੂੰ ਪਤਾ ਲੱਗਦਾ ਜੀ ਕੋਈ ਬੰਦੇ ਸਿਆਸੀ ਬੰਦੇ ਤੁਹਾਡੇ ਪਿੰਡ ਆਏ ਨੇ, ਤੁਹਾਡੇ ਵੱਲ ਆਏ ਨੇ। ਮੈਂ ਕਿਹਾ ਮੇਰੇ ਵੱਲ ਤਾਂ ਨਹੀਂ ਆਏ ਆ। ਫਿਰ ਸਵੇਰ ਮੈਨੂੰ ਇੱਕ ਬੰਦਾ ਹੀ ਇਤਲਾਹ ਦਿੰਦਾ ਵੀ ਇੰਝ ਇੰਝ ਤੁਹਾਡੇ ਦੇ ਖਿਲਾਫ ਪਰਚਾ ਹੋ ਜਾਣਾ। ਮੈਂ ਕਿਹਾ ਯਾਰ ਪਰਚਾ ਕੀ ਹੋ ਜਾਣਾ, ਉਹਨਾਂ ਦਾ ਮੈਡੀਕਲ ਹੈ ਜਿਹੜੀ ਉਹਨਾਂ ਦਾ ਔਰਤਾਂ ਦਾ ਹੋਇਆ ਹੈ, ਉਹ ਮੈਡੀਕਲ ਕੋਈ ਵੀ ਨਹੀਂ, ਉਹ ਨਿਲ ਪੁਲਿਸ ਉਹਨੇ ਬਿਸ਼ਾਰਤ ਇਸਮਾਈਲ ਨੇ ਦੇ ਛੱਡਿਆ। ਸਾਡਾ ਖਾਰੀਏ ਗਏ ਆ, ਉਹ ਆ ਜਾਂਦਾ ਤੇ ਫਿਰ ਵੇਖ ਲਾਂਦੇ। ਉਹ ਕਹਿੰਦੇ ਨੇ ਨਹੀਂ ਤੁਹਾਡੇ ਖਿਲਾਫ ਪਰਚਾ ਹੋ ਜਾਣਾ। ਸੁਬਾਹ 11 ਵਜੇ ਸਾਡੇ ਸਾਰੀ ਫੈਮਿਲੀ ਦੇ ਖਿਲਾਫ ਪਰਚਾ ਹੋ ਜਾਂਦਾ। ਬਿਲਕੁਲ ਇਹ ਝੂਠਾ ਮੁਕੱਦਮਾ ਦਰਜ ਕਰੀ ਗਿਆ। ਜਿਹੜੇ ਲੋਕ ਨੇ ਮੇਰੇ ਤੋਂ ਹਸਦ ਕਰਦੇ ਹਨ ਪਿੰਡ, ਜਿਨ੍ਹਾਂ ਦੀ ਬੜੀ ਖਾਸ਼ ਸੀ, ਉਹਨਾਂ ਨੇ ਪਰਚਾ ਚੌਧਰੀ ਸਾਹਿਬ ਨੂੰ ਗਲਤ ਯੂਜ਼ ਕਰਕੇ, ਮੈਨੂੰ ਇਹ ਵੀ ਯਕੀਨ ਹੈ ਵੀ ਚੌਧਰੀ ਸਾਹਿਬ ਦਾ ਦਿਲ ਨਹੀਂ ਹੋਣਾ, ਉਹਨਾਂ ਨੇ ਗਲਤ ਚੌਧਰੀ ਬਰਾਦਰਾਂ ਨੂੰ ਯੂਜ਼ ਕਰਕੇ ਤੇ ਪਰਚਾ ਕਰਾਇਆ, ਉਂਝ ਉਹਨਾਂ ਦਾ ਪਰਚਾ ਬਣਦਾ ਹੀ ਨਹੀਂ ਸੀ। ਦੂਜੀ ਭਾਈਜਾਨ ਗੱਲ ਵੀ ਹੈ ਸੋਸ਼ਲ ਮੀਡੀਆ ਤੇ ਉਹ ਬੰਦਿਆਂ ਨੇ ਕੋਈ ਸਾਫੀਆਂ ਨੂੰ ਪੈਸੇ ਦਿੱਤੇ ਗਏ ਨੇ, ਉਹ ਸਾਫੀਆਂ ਨੂੰ ਪੈਸੇ ਦੇ ਕੇ ਜੀ ਇਹ ਬਦਨਾਮੀ ਹੋਵੇ, ਇੰਝ ਹੋਵੇ, ਇਹ ਹੋਵੇ, ਉਹ ਫਿਰ ਵੀਡੀਓ ਚੌਧਰੀ ਸਾਹਿਬ ਨੂੰ ਸੈਂਡ ਕੀਤੀ ਗਈ ਹੈ। ਮੈਂ ਜਿਹੜੇ ਸਾਫੀ ਰਜ਼ਾਨ ਨੇ ਜਿਨ੍ਹਾਂ ਨੇ ਵੀਡੀਓ ਲਾਈ ਹੈ, ਬਰਾਏ ਮਿਹਰਬਾਨੀ ਕਰਕੇ ਪਹਿਲਾਂ ਪੂਰੀ ਤਸੱਲੀ ਕਰਿਆ ਕਰੋ ਵੀ ਵਾਕਿਆ ਸਹੀ ਹੈ। ਝੂਠੀਆਂ ਵੀਡੀਓ ਲਾने का कोई मतलब नहीं है, मेहरबानी करके झूठिया वीडियो ना लाया करो। जी तो नाज़रीन, ये थे हमारे साथ मौजूद उस्मान दीवाना जिनका ताल्लुक लखनवाल से है, और इनका कहना यह है कि इनके खिलाफ झूठा मुकदमा दर्ज किया गया है। इनके घर की औरतों पर ये मुकदमा दर्ज किया गया। इनके घर की औरतें ज़ख्मी होने के बावजूद भी जो इनका मुकदमा दर्ज नहीं किया जा सका। इसी के साथ अपने मेज़बान रऊफ़ खालिद को दें इजाज़त। जहान पोशीदा न्यूज़, गुजरात।